ਓੰਕਾਰ सतनाम करता पुरख निर्भव निर्वैर अकाल मूरत अजुनी सैभं गुर प्रसाद बेशुमार अथा अगंत अतुलय ज्यों बुलावो त्यों नानक दास बोलै ज्यों बुलावो त्यों नानक दास बोलै। हाजरा हजूर ज़हरा ज़हूर सर्ब कला भरपूर चवर तखत छतर दे मालक गुरुआं दे गुरु पीरां दे पीर बाबियां दे बाबे साहिबे कमाल वालिए दो जहान मनुखता दे रहबर जुग जुग टल साहिब श्री गुरु ग्रंथ साहिब जी दी पावन निगी गोदा आनंद मान रहे सतसंगी जनों, आप जी सारे वडभागी हो जो गुरु दरबार की हाजरी भरदिया अपना जीवन सफला कर रहे हो। आओ पावन बाबाणियां कहानियां पुत सपुत करें दे मां बाप अनुसार गुरमत विचारां दी सांझ करन तो पहला झुकाओ गुरु नूं शीश करो रसना पवित्र लवाओ हाजरी जी। वाहिगुरु जी का खालसा वाहिगुरु जी की फतेह। उपरांत गुरु के चरणों च बेनती की है सच्चे पातशाह नरोल गुरमत अनुसार ये पावन विचार करन दी सुनन दी सुन के समझ के जीवन अंदर ढालण दी सदबुद्धि बख्शो कि सा मत देव दयाल प्रभ जित तुम्हें आराधा प्रभ कीजी कृपा निधान हम हर गुण गावेंगे। गुरमुखो गल गाउण दी आ ते पिछली विचार अंदर भी जो अपनी लड़ीवार विचार चल रही है उहदे विच भी आद बाणी जपजी साहिब दी तीसरी पौड़ी दी विचार सांझी कीती जा रही सी कि हे भाई परमेश्वर दे हुक्म दे अंदर ही ये सारा कुछ हो रहा है। कि हुक्मे अंदर सब को बाहर हुक्म ना कोय नानक हुक्मे जे बुझे ताहू में कहे ना कोय। ते जिन्हां ने ये हुक्म नूं समझिया जिन्हां ते रहमत हुई हुमे दी बात नूं त्यागिया ते फिर उन्हूं गाया उहदी रजा च चले उहदा शुकराना कीता उहदी सिफतो सलाह उच्चारण कीती ते विचार चल रही सी कि गावे को जापे दिसे दूर गावे को वेखे हादरा हदूर। तीसरी पौड़ी दे ए पदे कि उहदी रजा च रह के उहदी सिफतो सलाह इस ढंग दे नाल कर रहे ने गा रहे ने कोई उहनूं दूर दस रहा ते कोई उहनूं नेड़े दस रहा। अमृत वचन अगले सतगुरु जी कहन लगे कथना कथी न आवे तोट कथ कथ कथी कोटि कोट कोट। उन्हों गाउना उन्हों कथना उहदी रजा च भी चलना उन्हों बयान करना। कहन लगे कथना कथी ना आवे तोट
ਉਹਦੇ ਕਥਨ 'ਚ, ਉਹਦੇ ਗੁਣ ਗਾਉਣ 'ਚ, ਉਹਦੀ ਸਿਫਤ ਸਲਾਹ ਕਰਨ 'ਚ ਕਿਸੇ ਤਰ੍ਹਾਂ ਦੀ ਤੋਟ ਨਹੀਂ, ਕਿਉਂਕਿ ਉਹ ਪਰਿਪੂਰਨ ਪਰਮਾਤਮਾ ਪਰਮੇਸ਼ਰ ਰੱਬ ਜੀ ਗੁਰਮੁਖੋ ਬੜਾ ਬੇਅੰਤ ਹੈ। ਅੱਗੇ ਚੱਲ ਕੇ ਇਸੇ ਚੀਜ਼ ਦਾ ਜ਼ਿਕਰ ਆਏਗਾ, ਪਰਮੇਸ਼ਰ ਦੀ ਸਿਫਤੋ ਸਲਾਹ ਨਜ਼ਰੀਆ ਦੇਖਣਾ ਆਪਾਂ ਬਈ, ਸੁਣਨ ਦੇ ਨਾਲ, ਵੇਖਣ ਦੇ ਨਾਲ, ਕੁਝ ਕਰਨ ਦੇ ਨਾਲ, ਆਖਰ ਅੰਤ। ਪਰ ਪਰਮੇਸ਼ਰ ਤਾਂ ਬੇਅੰਤ ਹੈ। ਬੇਅੰਤਤਾ ਤੇ ਜਿਹੜਾ ਬੇਅੰਤ ਹੈ ਗੁਰਮੁਖੋ ਉਹਦਾ ਅੰਤ ਨਹੀਂ ਹੁੰਦਾ। ਜਪਜੀ ਸਾਹਿਬ ਦੇ ਵਿੱਚ ਹੀ ਅੱਗੇ ਚੱਲ ਕੇ ਇਸ ਪਦੇ ਦੀ ਵਿਆਖਿਆ ਇਸ ਢੰਗ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਕਰਦੇ, ਗੁਰਮੁਖੋ ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ। ਉਹਦੇ ਕੌਤਕ ਕਰਨ 'ਚ, ਉਹਦੀਆਂ ਸਿਫਤੋ ਸਲਾਹਾਂ 'ਚ ਕਿਸੇ ਤਰ੍ਹਾਂ ਦੀ ਕੋਈ ਤੋਟ ਨਹੀਂ। ਇਸੇ ਤਰ੍ਹਾਂ ਇੱਕ ਜਗ੍ਹਾ ਨਹੀਂ, ਕਈ ਥਾਵਾਂ ਤੇ ਉਹਦੀ ਬੇਅੰਤਤਾ ਦਾ ਜ਼ਿਕਰ ਆਇਆ ਕਿ ਦਾਤਾ ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੂ ਅੰਤ ਨਾ ਕਿਨਹੀ ਲਈਏ। ਇਸੇ ਢੰਗ ਨਾਲ ਕਥਨ ਨਾ ਕਥੀ ਨਾ ਆਵੇ ਤੋਟ, ਉਹਦੇ ਕਥਨ 'ਚ ਜਿੰਨਾ ਮਰਜੀ ਬਿਆਨ ਕਰ ਲਓ, ਕੋਈ ਤੋਟ, ਕੋਈ ਘਾਟਾ ਨਹੀਂ ਆਏਗਾ। ਉਹਦੀ ਫਿਰ ਵੀ ਸਿਫਤੋ ਸਲਾਹ ਬੇਅੰਤ ਹੈ। ਇਥੋਂ ਤੱਕ ਕਹਿਣ ਲੱਗੇ ਕਿ ਕਥ ਕਥ ਕਥੀ ਕੋਟਿੰ ਕੋਟ ਕੋਟ। ਇਹ ਨਹੀਂ ਕਿ ਕਿਸੇ ਨੇ ਉਹਦਾ ਬਿਆਨ ਨਹੀਂ ਕੀਤਾ, ਕਥਨ ਨਹੀਂ ਕੀਤਾ। ਕਥਿਆ ਬਹੁਤ ਲੋਕਾਂ ਨੇ, ਵਿਚਾਰਾਂ ਬੜੀਆਂ ਲੋਕਾਂ ਨੇ ਕੀਤੀਆਂ ਨੇ ਪਰਮੇਸ਼ਰ ਦੇ ਸੰਬੰਧ ਵਿੱਚ ਕਿ ਕਥ ਕਥ ਕਥੀ, ਬਿਆਨ ਬਹੁਤ ਕੀਤਾ। ਕਥਿਆ ਉਹਨੂੰ ਬੜਾ, ਉਹਨੂੰ ਵਿਆਖਿਆ ਬੜੀ ਹੋਈ ਉਹਦੇ ਨਾਮ ਦੀ, ਉਹਦੇ ਬਾਰੇ। ਕਿਤਨੀ ਕੁ ਕੋਟੀ, ਕੋਟ ਕੋਟ, ਕਰੋੜਾਂ ਹੀ ਕਰੋੜਾਂ। ਕੋਟੀ ਦਾ ਅਰਥ ਹੈ ਕਰੋੜ। ਕਰੋੜਾਂ ਹੀ ਲੋਕ ਆ ਗਏ ਤੇ ਕਰੋੜਾਂ ਹੀ ਲੋਕ ਆ ਜਾਣਗੇ ਉਹਦੀ ਸਿਫਤੋ ਸਲਾਹ ਕਰਨ ਵਿੱਚ। ਅੰਮ੍ਰਿਤ ਵਚਨ ਉਹਦੀ ਸਿਫਤ ਸਲਾਹ ਬੋਲਣ 'ਚ, ਲਿਖਣ 'ਚ, ਬਿਆਨ ਕਰਨ 'ਚ ਬੇਅੰਤ ਹੈ। ਇੱਕ ਵਚਨ ਆਇਆ ਪ੍ਰਮਾਣ ਵਜੋਂ, ਭਗਤ ਸਾਹਿਬਾਨਾਂ ਨੇ ਵੀ ਇਹ ਗੱਲ ਕਹੀ, ਗੁਰੂ ਸਾਹਿਬਾਨਾਂ ਨੇ ਵੀ ਇਹ ਗੱਲ ਦੀ ਅਗਵਾਈ ਭਰੀ ਕਿ ਦੁਨੀਆ ਦੇ ਲੋਕੋ, ਕਿਸੇ ਦੀ ਕੋਈ ਸਿਫਤ ਸਲਾਹ ਲਿਖਣੀ ਹੋਵੇ ਨਾ ਤੇ ਇਹਨਾਂ ਦੋ ਤਿੰਨ ਚੀਜ਼ਾਂ ਦੀ ਲੋੜ ਪੈਂਦੀ ਆ। ਸਭ ਤੋਂ ਪਹਿਲਾਂ ਲਖਾਰੀ, ਲਿਖਣ ਵਾਲਾ, ਫਿਰ ਕਲਮ, ਫਿਰ ਦਵਾਤ ਜਿਹੜੀ ਸ਼ਾਹੀ ਹੁੰਦੀ ਆ, ਤੇ ਫਿਰ ਇਸੇ ਤਰ੍ਹਾਂ ਉਹ ਸ਼ਾਹੀ ਦਵਾਤ ਤੋਂ ਬਾਅਦ ਕਾਗਜ਼ ਜਿਹਦੇ ਤੇ ਉਹ ਸਿਫਤੋ ਸਲਾਹ ਲਿਖੀ ਜਾਣੀ ਆ। ਆਖਿਰ ਇਹ ਵੀ ਘੱਟ ਪੈ ਜਾਣੀਆਂ ਤੇ ਵਚਨ ਆਏ ਕਿ ਸੰਸਾਰ ਦੇ ਅੰਦਰ 7 ਸਮੁੰਦਰ ਮੰਨੇ ਗਏ ਨੇ ਜਿਹੜੇ ਅੱਜ ਤੱਕ ਖੋਜ ਹੋਈ ਆ, ਵੱਡੇ 7 ਸਮੁੰਦਰ। ਤੇ ਸਤਿਗੁਰ ਕਹਿਣ ਲੱਗੇ ਕਿ 7 ਸਮੁੰਦਰ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸ ਦਾ ਕਾਗਜ਼ ਜੇ ਕਰੂੰ, ਹਰ ਜਸ ਲਿਖਣ ਨਾ ਪਾਏ। 7 ਸਮੁੰਦਰਾਂ ਦੀ ਮੈਂ ਸ਼ਾਹੀ ਬਣਾ ਲਵਾਂ ਤੇ ਜਿਤਨੇ ਵੀ ਬਨਸਪਤੀ ਆ ਇਹਨੂੰ ਕਲਮਾ ਬਣਾ ਲਈਏ, ਤੇ ਜਿਤਨੇ ਵੀ ਜੀਵ ਜੰਤ ਨੇ ਹੁਣ ਤੱਕ ਇਹ ਸਾਰੇ ਲਿਖਣ ਬਹਿ ਜਾਣ, ਫਿਰ ਵੀ ਉਸ ਪਰਮੇਸ਼ਰ ਦੀ ਕਾਗਜ਼, ਇਹ ਧਰਤੀ ਪੂਰੀ ਕਾਗਜ਼ ਬਣਾ ਲਈਏ, ਉਹਦੀ ਸਿਫਤੋ ਸਲਾਹ ਲਿਖੀ ਨਹੀਂ ਜਾ ਸਕਦੀ, ਯਾਨੀ ਕਿ ਉਹਦਾ ਬਿਆਨ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰ ਕਹਿਣ ਲੱਗੇ ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਆ ਗਏ ਤੇ ਕਰੋੜਾਂ ਹੀ ਆ ਜਾਣਗੇ, ਪਰ ਪਰਮੇਸ਼ਰ ਦੀ ਬੇਅੰਤਤਾ ਫਿਰ ਵੀ ਬਰਕਰਾਰ ਹੈ। ਬੋਲੋ ਵਾਹ। ਔਰ ਉਹ ਰੱਬ ਜੀ ਸਾਰੇ ਜੀਵ ਜੰਤੂਆਂ ਨੂੰ
ਸਾਰੀਆਂ ਦਾਤਾਵਾਂ ਦੇ ਰਿਹਾ, ਜਿਹੜਾ ਸਭਨਾ ਜੀਆਂ ਕਾ ਇੱਕ ਦਾਤਾ। ਅੱਗੇ ਵਿਚਾਰ ਆਏਗੀ ਤੇ ਬਾਬਾ ਜੀ ਕਹਿਣ ਲੱਗੇ, ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਉਹ ਪਰਮੇਸ਼ਰ, ਉਹ ਰੱਬ ਜੀ ਸਾਰੇ ਜੀਵ ਜੰਤੂਆਂ ਨੂੰ, ਮਾਫ ਕਰਨਾ ਸਾਨੂੰ ਤਾਂ ਆਪੋ ਆਪਣਾ ਹੀ ਫਿਕਰ ਆ, ਪਰ ਪੂਰਨ ਢੰਗ ਨਾਲ ਆਪਣਾ ਫਿਕਰ ਵੀ ਨਹੀਂ ਅਸੀਂ ਕਰ ਪਾਉਂਦੇ। ਪਰ ਉਸ ਰੱਬ ਜੀ ਨੂੰ ਹਰ ਇੱਕ ਜੀਵ ਦਾ ਫਿਕਰ ਆ, ਔਰ ਉਹ ਸਾਰਿਆਂ ਜੀਵਾਂ ਨੂੰ ਰਿਜ਼ਕ ਦੇ ਰਿਹਾ, ਦਾਤਾਂ ਦੇ ਰਿਹਾ। ਔਰ ਇਹ ਜਿਤਨੇ ਵੀ ਜੀਵ ਨੇ, ਜੁਗਾਂ ਜੁਗੰਤਰਾਂ ਤੋਂ ਜਦੋਂ ਦੀ ਇਹ ਕਾਇਨਾਤ ਬਣੀ ਆ, ਹੋਂਦ ਵਿੱਚ ਆਈ ਆ, ਉਦੋਂ ਦੇ ਹੀ ਉਸ ਮਾਲਕ ਦੀਆਂ ਦਾਤਾਵਾਂ ਨੂੰ ਛਕ ਰਹੇ ਨੇ, ਖਾ ਰਹੇ ਨੇ, ਹੰਡਾਰੇ ਨੇ, ਉਹਦਾ ਆਨੰਦ ਮਾਣ ਰਹੇ ਨੇ। ਕਿ ਦੇਂਦਾ ਦੇ ਲੈਂਦੇ ਥਕ ਪਾਏ, ਬਲਕਿ ਉਹਦੀਆਂ ਦਾਤਾਵਾਂ ਇਤਨੀਆਂ ਕਿ ਉਹ ਦੇਂਦਾ ਆ, ਲੈਣ ਵਾਲੇ ਹੀ ਥੱਕ ਜਾਂਦੇ ਨੇ। ਬੋਲੋ ਵਾਹ। ਦੇਂਦਾ ਦੇ ਲੈਂਦੇ ਥਕ ਪਾਏ, ਉਹ ਥੱਕ ਜਾਂਦੇ ਨੇ ਲੈਣ ਵਾਲੇ। ਆਖਰਕਾਰ ਇਸ ਸੰਸਾਰ ਤੋਂ ਹੀ ਚਲੇ ਜਾਂਦੇ ਨੇ, ਇੰਨੀਆਂ ਦਾਤਾਵਾਂ ਲੈਂਦੇ 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 ਲੈਂਦੇ, ਪਰ ਉਹ ਦਾਤੇ ਦੇ ਦੇਣ ਵਿੱਚ ਕੋਈ ਘਾਟ ਨਹੀਂ। ਇਸੇ ਕਰਕੇ ਕਿਹਾ, ਜੁਗਾਂ ਜੁਗੰਤਰ ਖਾਹੀ ਖਾਹੇ। ਜੁਗਾ ਜੁਗੰਤਰਾਂ ਤੋਂ ਇਹ ਜੀਵ ਜੰਤੂ ਸਾਰੇ ਖਾ ਰਹੇ ਨੇ, ਪਹਿਰ ਰਹੇ ਨੇ। ਪਰ ਅਸਲ ਵਿੱਚ ਫਿਰ ਆ ਗਏ ਦੂਜੀ ਪੌੜੀ ਦੇ ਵਿੱਚ ਵੀ ਅਖੀਰ 'ਚ ਹੁਕਮ ਦੀ ਗੱਲ ਕੀਤੀ, ਤੇ ਤੀਸਰੀ ਪੌੜੀ 'ਚ ਵੀ ਅਖੀਰ 'ਚ ਹੁਕਮ ਦੀ ਗੱਲ ਕੀਤੀ। ਗੁਰਮੁਖੋ, ਬਾਬਾ ਜੀ ਕਹਿਣ ਲੱਗੇ, ਹੁਕਮੇ ਹੁਕਮ ਚਲਾਏ ਰਾ, ਨਾਨਕ ਵਿਗਸੇ ਵੇ ਪਰਵਾਹ। ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮੀ ਪਰਮਾਤਮਾ ਆਪਣੇ ਹੁਕਮ ਦੇ ਵਿੱਚ ਹਰ ਇੱਕ ਜੀਵ ਨੂੰ ਆਪਣਾ ਆਪਣਾ ਰਸਤਾ ਦਿੱਤਾ ਆ। ਰਾਹ, ਰਾਹ ਦਾ ਅਰਥ ਹੈ ਰਸਤਾ। ਉਹਦੀ ਜੀਵਨ ਜੁਗਤ ਜਾਚ, ਮਾਫ ਕਰਨਾ, ਇਨਸਾਨ ਨੂੰ ਇਨਸਾਨੀਅਤ ਦਾ, ਪਸ਼ੂਆਂ ਨੂੰ ਪਸ਼ੂਆਂ ਵਾਲਾ, ਪੰਛੀਆਂ ਨੂੰ ਪੰਛੀਆਂ ਵਾਲਾ, ਜਿਹੜੇ ਜਲ ਦੇ ਜੀਵ ਜੰਤੂ ਨੇ ਉਹਨਾਂ ਨੂੰ, ਜੀਵ ਜੰਤੂਆਂ ਨੂੰ ਉਹ ਰਸਤਾ। ਹੁਕਮੀ ਹੁਕਮ ਚਲਾਏ ਰਾਹ। ਉਹ ਆਪਣੇ ਹੁਕਮ ਦੇ ਵਿੱਚ ਹੀ ਹੁਕਮੀ ਪਰਮਾਤਮਾ ਇਹ ਸਾਰੇ ਜੀਵ ਜੰਤੂਆਂ ਨੂੰ ਚਲਾ ਰਿਹਾ ਹੈ, ਔਰ ਉਹਦੀ ਰਜ਼ਾ 'ਚ ਚੱਲ ਰਹੇ ਨੇ। ਗਾਉਣ ਦਾ ਅਰਥ ਵੀ ਇੱਕੋ ਸੀ ਕਿ ਉਹਦੇ ਮੁਤਾਬਕ ਚੱਲਣਾ, ਨਾ ਕਿ ਟਾਰਾਂ ਤੇ ਸੁਰਾਂ ਲਾਉਣੀਆਂ, ਰਾਗ ਨਾਦ ਦੀ ਗੱਲ ਸੀ। ਉਹਦੀ ਰਜ਼ਾ 'ਚ ਚੱਲ ਕੇ, ਉਹਦੇ ਭਾਣੇ 'ਚ ਚੱਲ ਕੇ ਉਹਦਾ ਸ਼ੁਕਰਾਨਾ ਕਰਦੇ ਆ। ਇਹ ਸਾਰੇ ਜੀਵ ਜੰਤੂ ਚੱਲ ਰਹੇ ਨੇ। ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮੀ ਦੇ ਹੁਕਮ ਦੇ ਵਿੱਚ ਸਾਰੇ ਜੀਵ ਜੰਤੂ ਚੱਲ ਰਹੇ ਨੇ। ਸਾਰਾ ਰਸਤਾ ਦੱਸਿਆ, ਜੀਵਨ ਜੁਗਤ ਜਾਚ ਦੱਸੀ। ਅਖੀਰ 'ਚ ਕਹਿਣ ਲੱਗੇ, ਨਾਨਕ ਵਿਕਸੇ ਵੇ ਪਰਵਾਹ। ਉਹ ਖੁਸ਼ ਹੋ ਰਿਹਾ ਇਹ ਸਾਰਾ ਕੁਝ ਜੀਵ ਜੰਤੂਆਂ ਨੂੰ ਚਲਾ ਕੇ ਕਿ ਆਪੋ ਆਪਣੇ ਰਸਤੇ ਤੇ ਚੱਲ ਰਹੇ ਨੇ। ਉਹ ਬੇਪਰਵਾਹ ਪ੍ਰਮਾਤਮਾ ਇਹਦੀ ਸਾਰੀ ਇਹ ਖੇਡ ਤੇ ਸਾਰਿਆਂ ਨੂੰ ਰਸਤੇ ਤੇ ਚਲਾ ਕੇ ਜੀਵਨ ਜੁਗਤ ਦਾਤ ਦੇ ਕੇ, ਤੇ ਇਸੇ ਢੰਗ ਨਾਲ ਇੰਜ ਵੀ ਕਹਿ ਲਓ, ਅੰਮ੍ਰਿਤ ਵਚਨ ਆਏ ਨੇ ਗੱਲ ਸਿਮਰਨ ਦੇ। ਆਪਾਂ ਪਰਮਾਤਮਾ ਦੇ ਸੰਬੰਧ ਵਿੱਚ ਜਦੋਂ ਮੂਲ ਮੰਤਰ ਦੇ ਵਿਚਾਰ ਸਾਂਝੇ ਕੀਤੀ ਸੀ, ਜਾਂ ਪਿਛੋਕੜ 'ਚ ਚੱਲ ਗਏ,
ਤੇ ਇੱਕ ਸ਼ਬਦ ਆਇਆ ਸੀ ਨਿਰਭਉ। ਨਿਰਭਉ ਦਾ ਮਤਲਬ ਜਿਹਨੂੰ ਕਿਸੇ ਦਾ ਭੈ ਨਹੀਂਗਾ, ਡਰ ਨਹੀਂਗਾ। ਔਰ ਇੱਥੇ ਸੰਸਾਰ ਤੇ ਜਿਸ ਜਿਸ ਜੀਵ ਨੇ ਵੀ ਉਸ ਨਿਰਭਉ ਨੂੰ ਸਿਮਰਿਆ, ਨਿਰਭਉ ਦਾ ਯਾਦ ਵਿੱਚ ਰਹੇ, ਉਹਦੀ ਰਜਾ 'ਚ ਚੱਲੇ, ਨਿਰਭਉ ਪ੍ਰਮਾਤਮਾ ਸੱਚ ਜਾਣਿਓ, ਉਸ ਜੀਵ ਦੇ ਵੀ ਸਾਰੇ ਭਉ ਮਿਟ ਕੇ। ਬੋਲੋ ਵਾਹਿਗੁਰੂ। ਨਿਰਭਉ ਸਿਮਰੈ ਸਗਲ ਭਉ ਮਿਟੈ। ਇਸੇ ਤਰ੍ਹਾਂ ਜਿਹੜਾ ਉਹਦੇ ਹੁਕਮੀ ਦੇ ਹੁਕਮ ਦੇ ਵਿੱਚ ਚੱਲਿਆ, ਉਹਦੀ ਦਸੀ ਜੀਵਨ ਜੁਗਤ ਜਾਚ ਦੇ ਨਾਲ ਚੱਲਿਆ, ਕਹਿਣ ਲੱਗੇ ਸੱਚ ਜਾਣਿਓ ਉਹ ਵੀ ਹੈ ਨਾਨਕ ਵਿਗਸੇ ਵੇ ਪ੍ਰਵਾਹ। ਉਹ ਭਗਤ ਜਨ ਵੇ ਪ੍ਰਵਾਹ ਹੋ ਜਾਂਦੇ ਨੇ। ਅੱਗੇ ਚੱਲ ਕੇ ਵੇ ਪ੍ਰਵਾਹ ਵਿਗਸੇ ਦੀ ਗੱਲ ਆਈ ਨਾ, ਕਿ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਸੁਣਿਆ, ਅਰਾਧਿਆ, ਕਹਿਣ ਲੱਗੇ ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਯਾਨੀ ਕਿ ਉਹ ਵੀ ਬੇਪਰਵਾਹ ਹੋ ਗਏ, ਉਹਨਾਂ ਵੀ ਕਿਸੇ ਦੀ ਪਰਵਾਹ ਨਹੀਂ ਮੰਨੀ। ਉਹਨਾਂ ਨਾਮ ਰਸੀਆਂ ਨੇ ਜਿਹੜੇ ਉਹਦੇ ਹੁਕਮ 'ਚ ਚੱਲੇ, ਉਹਦੀ ਰਜਾ 'ਚ ਚੱਲੇ, ਉਹਨਾਂ ਨੂੰ ਫਿਰ ਫਿਕਰ ਨਹੀਂ ਕਿਸੇ ਵੀ ਗੱਲ ਦਾ। ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮੀ ਪਰਮਾਤਮਾ ਆਪਣੇ ਹੁਕਮ ਦੇ ਵਿੱਚ ਜੋ ਉਹਨੇ ਮਾਰਗ ਦੱਸਿਆ ਗੁਰਬਾਣੀ ਅੰਦਰ ਗੁਰਮੁਖੋ, ਉਹਦੇ ਮੁਤਾਬਕ ਜਦੋਂ ਇਹ ਜੀਵ ਚੱਲੇ, हे ਨਾਨਕ, ਜਿੱਥੇ ਪਰਮਾਤਮਾ, ਕਿਉਂਕਿ ਹਰ ਜਨ ਹਰ ਏਕ ਹੋ ਜਾਂਦੇ ਨੇ, ਉਹ ਵੀ ਜੀਵ ਜਿਹੜੇ ਨਾਮ ਸਿਮਰਦੇ ਨੇ ਉਹ ਵੀ ਬੇਪਰਵਾਹ ਹੋ ਜਾਂਦੇ ਨੇ। ਨਾਨਕ ਵਿਗਸੇ ਵੇ ਪ੍ਰਵਾਹ। ਆਓ ਅਸੀਂ ਵੀ ਉਸ ਨਿਰਭਉ ਦੇ ਨਾਲ ਜੁੜੀਏ, ਆਪਾਂ ਵੀ ਬੇਪਰਵਾਹ ਹੋਈਏ ਤੇ ਉਸ ਪਰਮੇਸ਼ਰ ਦੀ ਆਪਾਂ ਖੁਸ਼ੀ ਲਈਏ। ਨਿਰਭਉ ਸਿਮਰੈ ਤੇ ਸਾਡੇ ਅੰਦਰੋਂ ਵੀ ਸਾਰੇ ਭੈ ਜਿਹੜੇ ਨੇ, ਡਰ ਜਿਹੜੇ ਨੇ, ਚਿੰਤਾਵਾਂ ਜਿਹੜੀਆਂ ਨੇ, ਝੋਰੇ ਜਿਹੜੇ ਨੇ, ਉਹ ਖਤਮ ਹੋ ਜਾਣ। ਤੇ ਮੈਂ ਬੇਨਤੀ ਸਾਂਝੀ ਕਰਾਂ, ਇਹ ਸਾਡੇ ਝੋਰੇ, ਚਿੰਤਾਵਾਂ, ਸਹਿਸੇ ਉਦੋਂ ਹੀ ਖਤਮ ਹੋਣੇ ਨੇ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੇ। ਤੇ ਜਿੰਨਾ ਚਿਰ ਅਸੀਂ ਉਸ ਪਰਮਾਤਮਾ ਦੇ ਨਾਲ ਨਹੀਂ ਜੁੜਦੇ ਗੁਰਮੁਖੋ, ਉਹਨਾਂ ਚਿਰ ਸਾਡੇ ਝੋਰੇ, ਇਹ ਚਿੰਤਾਵਾਂ, ਇਹ ਫਿਕਰ ਕਦੀ ਨਹੀਂ ਜੋ ਹਟ ਸਕਦੇ। ਆਪਾਂ ਨਿਤਨੇਮ ਕਰਦੇ ਆਂ, ਅੰਮ੍ਰਿਤ ਬਾਣੀ ਧੰਨ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੇ ਵਿੱਚ ਇੱਕ ਗੱਲ ਕਰਦੇ। ਉੱਥੇ ਦੋ ਚੀਜ਼ਾਂ ਦੀ ਗੱਲ ਕੀਤੀ ਆ, ਇੱਕ ਸਹਿਜ ਤੇ ਇੱਕ ਸਹਿਸਾ। ਸਹਿਜ ਬੇਪਰਵਾਹ ਆ, ਅਡੋਲਤਾ ਆ, ਟਿਕਾਓ ਹੈ। ਤੇ ਮਾਫ ਕਰਨਾ ਅਡੋਲਤਾ, ਸਹਿਜ ਉਦੋਂ ਆ ਜਦੋਂ ਅਸੀਂ ਬੇਪਰਵਾਹ ਨਾਲ ਜੁੜ ਗਏ, ਨਿਰਭਉ ਨਾਲ ਜੁੜ ਗਏ। ਤੇ ਜਿੰਨਾ ਚਿਰ ਸਾਡੇ ਅੰਦਰ ਸਹਿਸੇ ਨੇ, ਚਿੰਤਾਵਾਂ ਨੇ, ਫਿਕਰ ਨੇ, ਉਹਨਾਂ ਚਿਰ ਇਹ ਸਹਿਜ ਅਵਸਥਾ ਨਹੀਂ ਆਉਣੀ। ਅੰਮ੍ਰਿਤ ਵਚਨ ਕਹਿ ਕੇ ਮੈਂ ਸਮਾਪਤੀ ਵੱਲ ਜਾਵਾਂ। ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੁਬੋ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਵ ਸਹਿਸਾ, ਇਹ ਸਹਿਸਾ ਇਵ ਜਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ। ਯਾਨੀ ਕਿ ਅਸੀਂ ਉਹ ਸ਼ਬਦ ਦੇ ਨਾਲ ਜੁੜਾਂਗੇ, ਨਿਰਭਉ ਦੇ ਨਾਲ ਜੁੜਾਂਗੇ, ਉਦੋਂ ਗੁਰਮੁਖੋ ਸਾਡੇ ਸਹਿਸੇ ਜਿਹੜੇ ਨੇ ਖਤਮ ਹੋ ਜਾਣਗੇ, ਚਿੰਤਾਵਾਂ ਖਤਮ ਹੋ ਜਾਣਗੀਆਂ। ਤੇ ਫਿਰ ਤੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਿ ਦਾਤਾ ਕਿਰਪਾ ਕਰ ਸਾਡੀ ਝੋਲੀ 'ਚ ਇਹ ਪਾ ਦੇ। ਹੁਣ ਚੌਪਈ ਸਾਹਿਬ ਦੀ ਪਹਿਲੀ ਪੌੜੀ ਕਿ ਹਮਰੀ ਕਰੋ ਹਾਥ ਦੇ ਰੱਛਾ,
पूर्ण हुए चित्त की इच्छा, तब चरणन मन रहे हमारा, अपना जान करो प्रतपारा। ते सच्चे पातशाह दाराई संगत दी झोली, सेवक दी झोली, इस सेवा सिमरन दी दात बख्शिश करो, ताकि ए लोक सुखीए परलोक सुहेले, नानक हर प्रभ आपे मेले। अज दी इतनी विचार प्रवान करनी। गुरमुखो, हुईयां गलतियां भुलां दी खिमा, अनजान बच्चा जान के माफ करना। अगली विचार अगले दीवाना च साझी करांगे। गज वज के फतेह दा जवाब। वाहिगुरु जी का खालसा, वाहिगुरु जी की